ਹੈਲੋ ਗੁੱਡ ਮੋਰਨਿੰਗ ਸਟੂਡੈਂਟਸ, ਕੀ ਹਾਲ ਨੇ ਸਾਰਿਆਂ ਦੇ। ਅੱਜ ਆਪਾਂ ਯੂਨਿਟ 2 ਦਾ ਸੈਸ਼ਨ ਨੰਬਰ 2 ਕਰਨ ਲੱਗੇ ਹਾਂ, ਨੈਟਵਰਕਿੰਗ ਫੰਡਾਮੈਂਟਲਸ। ਅਗਰ ਆਪਾਂ ਨੈਟਵਰਕ ਦੀ ਗੱਲ ਕਰੀਏ ਤਾਂ ਤੁਸੀਂ ਕਈ ਵਾਰ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਆ ਜਦੋਂ ਆਪਾਂ ਉਹਨਾਂ ਨੂੰ ਕੁਝ ਪੁੱਛਦੇ ਹਾਂ, ਉਹ ਰੱਟੀ ਰਟਾਈ ਲਾਈਨਾਂ ਹੀ ਬੋਲਦੇ ਨੇ। ਤਾਂ ਨੈਟਵਰਕ ਹੁੰਦਾ ਕੀ ਹੈ, ਚਲੋ ਆਪਾਂ ਪੜ੍ਹਦੇ ਹਾਂ ਅਤੇ ਤੁਹਾਨੂੰ ਮੈਂ ਨਾਲ ਦੀ ਨਾਲ ਦੱਸੂੰਗੀ ਵੀ ਨੈਟਵਰਕ ਕੀ ਹੁੰਦਾ ਹੈ। ਇੱਕ ਕੰਪਿਊਟਰ ਨੈਟਵਰਕ ਦਾ ਸਮੂਹ ਹੈ। ਤਾਂ ਇਸ ਦੇ ਵਿੱਚ ਆਪਾਂ ਕੀ ਪੜ੍ਹਨ ਲੱਗੇ ਹਾਂ, ਇਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਜੋ ਕੰਪਿਊਟਰ ਹੈ ਉਹ ਕੀ ਹੈ, ਬਹੁਤ ਸਾਰੇ ਕੰਪਿਊਟਰ ਨੈਟਵਰਕ ਦਾ ਸਮੂਹ ਹੈ। ਠੀਕ ਹੈ, ਸਮੂਹ ਕੀ ਹੁੰਦਾ, ਜਦੋਂ ਸਾਡੇ ਕੋਲ ਇੱਕ ਤੋਂ ਵੱਧ ਕੰਪਿਊਟਰ ਇਕੱਠੇ ਹੁੰਦੇ ਨੇ ਉਦੋਂ ਹੀ ਅਸੀਂ ਨੈਟਵਰਕਿੰਗ ਕਰ ਸਕਦੇ ਹਾਂ। ਇੱਕ ਕੰਪਿਊਟਰ ਦੇ ਨਾਲ ਨੈਟਵਰਕਿੰਗ ਨਹੀਂ ਹੋਏਗੀ, ਘੱਟੋ ਘੱਟ ਸਾਡੇ ਕੋਲ 2 ਕੰਪਿਊਟਰ ਜਾਂ ਉਸ ਤੋਂ ਵੱਧ ਕੰਪਿਊਟਰ ਹੋਣੇ ਚਾਹੀਦੇ ਨੇ। ਤਾਂ ਜਦੋਂ ਆਪਾਂ ਨੈਟਵਰਕਿੰਗ ਕਰਦੇ ਹਾਂ ਤਾਂ ਇਸ ਦੇ ਵਿੱਚ ਫਾਇਦੇ ਕੀ ਨੇ, ਇਸ ਦੇ ਵਿੱਚ ਕੀ ਆ, ਹਾਰਡਵੇਅਰ ਭਾਗ ਜੋ ਕਿ ਆਪਸ ਵਿੱਚ ਸੰਚਾਰ ਮਾਧਿਅਮ ਦੁਆਰਾ ਜੁੜੇ ਹੋਏ ਹਨ, ਸਾਧਨਾਂ ਅਤੇ ਜਾਣਕਾਰੀ ਨੂੰ ਸਾਂਝੀ ਕਰਨ ਦੀ ਆਗਿਆ ਦਿੰਦੇ ਹਨ। ਠੀਕ ਹੈ, ਮਤਲਬ ਜਦੋਂ ਅਸੀਂ ਨੈਟਵਰਕਿੰਗ ਕਰਦੇ ਹਾਂ ਕੰਪਿਊਟਰਾਂ ਦੇ ਵਿੱਚ, ਉਹਦੇ ਨਾਲ ਸਾਨੂੰ ਕੀ ਫਾਇਦਾ ਹੁੰਦਾ, ਇੱਕ ਤਾਂ ਅਸੀਂ ਆਪਣਾ ਜੋ ਹਾਰਡਵੇਅਰ ਆ ਉਹ ਸਾਂਝਾ ਕਰ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਇੱਕ ਕੇਬਲ ਲੱਗ ਜਾਂਦੀ ਹੈ ਜਾਂ ਇੱਕ ਸੈਟੇਲਾਈਟ ਹੁੰਦੀ ਹੈ ਜਿਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਕੀ ਕਰ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ। ਠੀਕ ਹੈ, ਅੱਗੇ ਆਪਣੇ ਕੋਲ ਜੋ ਦੱਸਿਆ ਗਿਆ ਹੈ 2 ਤਰ੍ਹਾਂ ਦੇ ਨੈਟਵਰਕ ਦੱਸੇ ਗਏ ਹੋਏ ਨੇ। ਪਹਿਲਾ ਹੈਗਾ ਪੀਅਰ ਟੂ ਪੀਅਰ। ਠੀਕ ਹੈ, ਪੀਅਰ ਕੀ ਹੁੰਦਾ ਗਾ, ਜਿਵੇਂ ਆਪਾਂ ਦੋਸਤ ਕਹਿ ਦਈਏ, ਸਾਥੀ ਕਹਿ ਦਈਏ, ਉਵੇਂ ਪੀਅਰ ਟੂ ਪੀਅਰ। ਮੈਂ ਦੱਸਣ ਤੋਂ ਪਹਿਲਾਂ ਤੁਹਾਨੂੰ ਉਹਦੀ ਇੱਕ ਫੋਟੋ ਦਿਖਾਉਣਾ ਚਾਹੁੰਦੀ ਹਾਂ, ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਜਿਵੇਂ ਇਹ ਵਾਲੇ ਕੰਪਿਊਟਰ ਨੇ, ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲ CPU ਲੱਗਿਆ ਹੋਇਆ ਅਲੱਗ ਤੋਂ। ਤਾਂ ਇਹ ਸਾਰੇ ਕੀ ਨੇ, ਪੀਅਰ ਟੂ ਪੀਅਰ, ਜਿਹਦੇ ਵਿੱਚ ਨਾ ਕੋਈ ਕਲਾਇੰਟ ਹੁੰਦਾ ਹੈ ਅਤੇ ਨਾ ਕੋਈ ਸਰਵਰ ਹੁੰਦਾ ਹੈ। ਸਾਰੇ ਕੰਪਿਊਟਰਾਂ ਦਾ ਦਰਜਾ ਕੀ ਹੁੰਦਾ ਹੈ, ਬਰਾਬਰ ਹੁੰਦਾ ਹੈ। ਠੀਕ ਹੈ, ਮੀਨਸ ਇਹਦਾ ਅਧਿਕਾਰ ਇਹਦੇ ਕੋਲ ਹੈ, ਇਹਦਾ ਆਪਦਾ ਅਧਿਕਾਰ ਹੈ, ਕੋਈ ਕਿਸੇ ਦਾ ਕਲਾਇੰਟ ਨਹੀਂ, ਸਾਰੇ ਆਪਦੇ ਆਪ ਦੇ ਮਾਸਟਰ ਨੇ। ਠੀਕ ਹੈ, ਤਾਂ ਇੱਥੇ ਜੋ ਲਿਖਿਆ ਹੋਇਆ ਹੈ ਉਹ ਕੀ ਹੈ, ਉਹ ਨੈਟਵਰਕ ਜਿਨ੍ਹਾਂ ਵਿੱਚ ਸਾਰੇ ਕੰਪਿਊਟਰਾਂ ਦਾ ਦਰਜਾ ਬਰਾਬਰ ਹੋਵੇ ਉਸਨੂੰ ਅਸੀਂ ਕੀ ਕਹਿੰਦੇ ਹਾਂ, ਪੀਅਰ ਟੂ ਪੀਅਰ। ਠੀਕ ਹੈ, ਇਹ ਜਦੋਂ ਆਪਣੇ ਕੋਲ ਨੈਟਵਰਕਿੰਗ ਨਹੀਂ ਹੁੰਦੀ ਸੀ ਉਸ ਟਾਈਮ ਅਸੀਂ ਇਸ ਨੂੰ ਯੂਜ਼ ਕਰਦੇ ਸੀ। ਅਤੇ ਇਸ ਦੇ ਵਿੱਚ ਸਾਰੇ ਟਰਮੀਨਲ ਦੇ ਕੋਲ ਇੱਕ ਹੀ ਸਮਰੱਥਾ ਜਿਵੇਂ ਕਿ CPU ਹੁੰਦਾ ਹੈ। ਅੱਗੇ ਸਾਡੇ ਕੋਲ ਆ ਜਾਂਦਾ ਹੈ ਕਲਾਇੰਟ ਸਰਵਰ। ਠੀਕ ਹੈ, ਕਲਾਇੰਟ ਸਰਵਰ ਦੀ ਮੈਂ ਤੁਹਾਨੂੰ ਪਿਕ ਦਿਖਾਊਂਗੀ। ਇਹ ਹੈ ਸਾਡੇ ਕੋਲ ਕਲਾਇੰਟ ਸਰਵਰ। ਠੀਕ ਹੈ, ਇਹ ਕਲਾਇੰਟਸ ਨੇ। ਠੀਕ ਹੈ, ਜਿਵੇਂ ਅਤੇ ਸਰਵਰ ਹੈ ਇੱਕ, ਇਹ ਕਲਾਇੰਟ ਚਾਹੇ ਮੋਬਾਈਲ ਹੋ ਸਕਦਾ ਹੈ ਜਾਂ ਤੁਹਾਡਾ PC ਜਾਂ ਲੈਪਟਾਪ। ਠੀਕ ਹੈ, ਕੁਝ ਵੀ ਹੋ ਸਕਦਾ ਹੈ। ਤਾਂ ਕਲਾਇੰਟ ਸਰਵਰ ਕੀ ਹੁੰਦੇ ਨੇ, ਇੱਕ ਕੰਪਿਊਟਰ ਸਰਵਰ ਹੁੰਦਾ ਹੈ ਅਤੇ ਬਾਕੀ ਸਾਰੇ ਕੰਪਿਊਟਰ ਕੀ ਕਲਾਇੰਟ ਹੁੰਦੇ ਹਨ, ਜੋ ਕਿ ਉਸ ਤੋਂ ਸੇਵਾਵਾਂ ਪ੍ਰਾਪਤ ਕਰਦੇ ਹਨ। ਤਾਂ ਉਹ ਨੈਟਵਰਕਸ ਜਿਨ੍ਹਾਂ ਵਿੱਚ ਕੁਝ ਖਾਸ ਕੰਪਿਊਟਰਾਂ ਦੇ ਕੋਲ ਖਾਸ ਕੋਈ ਪਾਵਰ ਹੋਵੇ ਜੋ ਦੂਜੇ ਕੰਪਿਊਟਰਾਂ ਨੂੰ ਦੇਵੇ। ਠੀਕ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਲਾਇੰਟ ਸਰਵਰ ਕਹਿੰਦੇ ਹਾਂ। ਠੀਕ ਹੈ, ਅੱਗੇ ਜੋ ਹੈਗਾ ਨੈਟਵਰਕ ਦੀਆਂ ਕਿਸਮਾਂ। ਨੈਟਵਰਕ ਹੁਣ ਸਾਨੂੰ ਪਤਾ ਚੱਲ ਗਿਆ ਹੈ ਕੀ ਹੈ, ਜਦੋਂ ਅਸੀਂ ਇੱਕ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਦੇ ਵਿੱਚ ਜੋੜਦੇ ਹਾਂ ਤਾਂ ਉਦੋਂ ਕੀ ਬਣਦੀ ਹੈ, ਨੈਟਵਰਕਿੰਗ ਬਣਦੀ ਹੈ। ਨੈਟਵਰਕਿੰਗ ਦਾ ਫਾਇਦਾ ਕੀ ਆ, ਉਹ ਅੱਗੇ ਆਏਗਾ, ਬਟ ਮੈਂ ਥੋੜ੍ਹਾ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੱਕ ਤਾਂ ਸਾਡੀ ਕੋਸਟ ਘੱਟ ਜਾਂਦੀ ਹੈ। ਕੋਈ ਹਾਰਡਵੇਅਰ ਨੂੰ ਬਹੁਤ ਸਾਰੇ ਕੰਪਿਊਟਰਾਂ ਲਈ ਯੂਜ਼ ਕਰ ਸਕਦੇ ਹਾਂ, ਸੋਫਟਵੇਅਰ ਨੂੰ ਇੱਕੋ ਹੀ ਸੋਫਟਵੇਅਰ ਨੂੰ ਕਾਫੀ ਸਾਰੇ ਕੰਪਿਊਟਰਾਂ 'ਤੇ ਯੂਜ਼ ਕਰ ਸਕਦੇ ਹਾਂ। ਠੀਕ ਹੈ, ਅੱਗੇ ਨੈਟਵਰਕ ਦੀਆਂ ਕਿਸਮਾਂ ਹੈ ਥੋੜ੍ਹੀ। ਇਸ ਦੇ ਵਿੱਚ ਲੈਸਨ ਦੇ ਵਿੱਚ ਸਿਰਫ 2 ਹੀ ਨੈਟਵਰਕ ਦੱਸੇ ਹੋਏ ਨੇ, ਇੱਕ ਲੈਨ ਅਤੇ ਇੱਕ ਵੈਨ। ਬਟ ਆਪਣੇ ਕੋਲ 3 ਤਰ੍ਹਾਂ ਦੇ ਨੈਟਵਰਕ ਹੁੰਦੇ ਨੇ ਮੇਨਲੀ, ਲੈਨ, ਮੈਨ ਐਂਡ ਵੈਨ। ਠੀਕ ਹੈ, ਤਾਂ ਫਸਟ ਆਪਾਂ ਇਹਦੇ ਵਿੱਚ ਜੋ ਗੱਲ ਦਿੱਤਾ ਗਿਆ ਹੈ ਸਾਨੂੰ, ਲੋਕਲ ਏਰੀਆ ਨੈਟਵਰਕ। ਠੀਕ ਹੈ ਜੀ, ਲੋਕਲ ਏਰੀਆ ਨੈਟਵਰਕ ਦਾ ਮਤਲਬ ਕੀ ਹੈ, ਜਿਹਨੂੰ ਅਸੀਂ ਲੋਕਲੀ ਯੂਜ਼ ਕਰਦੇ ਹਾਂ, ਜਿਵੇਂ ਸਕੂਲਾਂ ਦੇ ਵਿੱਚ ਕੰਪਿਊਟਰ ਲੈਬ ਹੋ ਗਏ, ਠੀਕ ਹੈ, ਦਫ਼ਤਰ ਹੋ ਗਏ, ਤਾਂ ਜਾਂ ਕੋਈ ਇਮਾਰਤ ਹੋ ਗਈ, ਉਸ ਦੇ ਵਿੱਚ ਅਸੀਂ ਇਹਨੂੰ ਲੋਕਲੀ ਯੂਜ਼ ਕਰਦੇ ਹਾਂ। ਆਮ ਤੌਰ 'ਤੇ ਕਹਿੰਦਾ ਲੋਕਲੀ ਏਰੀਆ ਨੈਟਵਰਕ ਬਹੁਤ ਤੇਜ਼ ਗਤੀ ਪੇਸ਼ ਕਰਦਾ ਹੈ ਅਤੇ ਕੰਪਿਊਟਰ ਅਤੇ ਪ੍ਰੋਫਾਈਲ ਜਿਵੇਂ ਪ੍ਰਿੰਟਰ, ਸਕੈਨਰ ਆਦਿ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ। ਠੀਕ ਹੈ, ਲੋਕਲ ਏਰੀਆ ਨੈਟਵਰਕ ਦੇ ਵਿੱਚ ਕੀ ਹੈ, ਮੰਨ ਲਓ ਮੇਰਾ ਜੋ ਸਰਵਰ ਆ ਉਹ ਉਸ ਦੇ ਨਾਲ ਬਾਕੀ
5 ਜਾਂ 6 ਕੰਪਿਊਟਰਾਂ ਦੀ ਨੈਟਵਰਕਿੰਗ ਹੋਈ ਹੈ, ਨਾਲ ਹੀ ਪ੍ਰਿੰਟਰ ਲੱਗਿਆ ਹੋਇਆ, ਸਕੈਨਰ ਲੱਗਿਆ ਹੈ। ਤਾਂ ਅਦਰ ਜਿਹੜੇ 5-6 ਕਲਾਇੰਟ ਨੇ ਉਹ ਪ੍ਰਿੰਟਰ ਵੀ ਯੂਜ਼ ਕਰ ਸਕਦੇ ਨੇ ਤੇ ਸਕੈਨਰ ਵੀ। ਅੱਗੇ ਵਾਈਡ ਏਰੀਆ ਨੈਟਵਰਕ ਹੈ। ਤਾਂ ਵਾਈਡ ਏਰੀਆ ਨੈਟਵਰਕ ਉਸ ਖੇਤਰ ਨੂੰ ਕਹਿੰਦੇ ਆ ਜੋ ਕਿ ਬਹੁਤ ਵੱਡੇ ਖੇਤਰ ਨੂੰ ਕਵਰ ਕਰਦਾ ਹੈ। ਠੀਕ ਹੈ, ਮਤਲਬ ਕੀ ਹੈ, ਕੋਈ ਵੀ ਨੈਟਵਰਕ ਜੋ ਮਹਾਨਗਰ, ਖੇਤਰੀ ਜਾਂ ਕੌਮੀ ਸੀਮਾ ਨੂੰ ਜੋੜਦਾ ਹੈ। ਸਭ ਤੋਂ ਪ੍ਰਸਿੱਧ ਵੇਨ ਦੀ ਉਦਾਹਰਨ ਕੀ ਹੈ? ਇੰਟਰਨੈਟ। ਠੀਕ ਹੈ, ਇੰਟਰਨੈਟ ਅਸੀਂ ਵਾਈਡਲੀ ਯੂਜ਼ ਕਰਦੇ ਹਾਂ। ਵਰਲਡ ਵਾਈਡ ਵੈਬ ਆਪਾਂ URL ਵੀ ਲਗਾਉਂਦੇ ਹਾਂ, ਤਾਂ ਇਹਨੂੰ ਅਸੀਂ ਪੂਰੇ ਦੁਨੀਆ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ, ਇਹਦਾ ਫਾਇਦਾ ਕੀ ਆ? ਇਹ ਅਸੀਂ ਵਪਾਰ, ਸਰਕਾਰ ਜਾਂ ਕੋਈ ਮੁਨਾਫਾ ਜਾਂ ਅਸੀਂ ਆਪਣੇ ਵਿਅਕਤੀਗਤ ਤੌਰ 'ਤੇ ਜਾਂ ਕਲਾਕਾਰ, ਮਨੋਰੰਜਨ ਆਦਿ ਲਈ ਇਸ ਨੂੰ ਵਰਤ ਸਕਦੇ ਹਾਂ। ਅੱਗੇ ਸਾਡੇ ਕੋਲ ਇੰਟਰਨੈਟ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਇਹ ਤਾਂ ਆਪਾਂ 6ਵੀਂ ਤੋਂ ਵੀ ਪੜ੍ਹਦੇ ਆ ਰਹੇ ਹਾਂ ਵੀ ਇੰਟਰਨੈਟ ਕੀ ਹੁੰਦਾ ਹੈ। ਠੀਕ ਹੈ, ਤਾਂ ਉਹੀ ਆਮ ਗੱਲਾਂ ਲਿਖੀਆਂ ਹੋਈਆਂ ਨੇ ਜੋ ਹੁੰਦੀਆਂ ਨੇ ਵੀ ਕੰਪਿਊਟਰ ਨੈਟਵਰਕ ਨੂੰ ਆਪਸ ਦੇ ਵਿੱਚ ਜੋੜਦਾ ਹੈ। ਠੀਕ ਹੈ, ਕੌਣ ਜੋੜਦਾ ਹੈ? ਇੰਟਰਨੈਟ ਜੋੜਦਾ ਹੈ। ਇਸ ਦੇ ਅੱਗੇ ਫਾਇਦੇ ਵਗੈਰਾ ਲਿਖੇ ਹੋਏ ਨੇ, ਤਾਂ ਆਪਾਂ ਇਹਨੂੰ ਜ਼ਿਆਦਾ ਡਿਟੇਲ 'ਚ ਨਹੀਂ ਪੜ੍ਹਾਂਗੇ। ਅੱਗੇ ਜੋ ਮੇਨ ਹੈ ਆਪਾਂ ਉਹ ਵੀ ਪੜ੍ਹਾਂਗੇ, ਕਿਉਂਕਿ ਆਪਾਂ ਵੀਡੀਓ ਵੀ ਛੋਟੀ ਬਣਾਉਣੀ ਹੈ, ਜ਼ਿਆਦਾ ਵੱਡੀ ਨਹੀਂ ਬਣਾਉਣੀ। ਅੱਗੇ ਵਰਲਡ ਵਾਈਡ ਵੈਬ ਦੱਸਿਆ ਹੋਇਆ ਗਾ, ਉਹਨਾਂ ਨੇ ਐਕਸਪਲੋਰ ਕੀਤਾ ਹੋਇਆ ਇਹਨੂੰ ਕਿ WW ਜਾਂ ਆਪਾਂ WWW3 ਵੀ ਲਿਖ ਸਕਦੇ ਹਾਂ, ਉਹਨੂੰ ਅਸੀਂ ਵੈਬ ਦੇ ਤੌਰ 'ਤੇ ਜਾਣਦੇ ਹਾਂ। ਠੀਕ ਹੈ, ਇਸ ਦੇ ਵਿੱਚ ਸਾਡੇ ਕੋਲ ਕੀ ਹੁੰਦੇ ਨੇ? ਇੰਟਰਲਿੰਕ ਹੁੰਦੇ ਨੇ, ਹਾਈਪਰ ਟੈਕਸਟ ਹੁੰਦੇ ਨੇ ਜਾਂ ਵੈਬ ਬਰਾਊਜ਼ਰ ਹੁੰਦੇ ਨੇ ਜਿਨ੍ਹਾਂ 'ਤੇ ਅਸੀਂ URL ਨੂੰ ਦੇਖ ਸਕਦੇ ਹਾਂ ਜੋ ਵੀ ਅਸੀਂ ਦੇਖਣਾ ਚਾਹੁੰਦੇ ਹਾਂ, ਜਿਵੇਂ ਕਿ ਕੋਈ ਫੋਟੋ ਹੋ ਗਈ, ਤਸਵੀਰ, ਵੀਡੀਓ ਆਦਿ ਜਾਂ ਮਲਟੀਮੀਡੀਆ। ਅੱਗੇ ਨੈਟਵਰਕਿੰਗ ਦੇ ਕੁਝ ਫਾਇਦੇ ਨੇ, ਇਹ ਬਹੁਤ ਜ਼ਰੂਰੀ ਆ। ਜਿਵੇਂ ਫਸਟ ਹੈਗਾ ਗਾ ਡਾਟਾ ਸਾਂਝਾ ਕਰਨਾ। ਜਦੋਂ ਅਸੀਂ ਕੰਪਿਊਟਰਾਂ ਦੇ ਵਿੱਚ ਆਪਸ 'ਚ ਨੈਟਵਰਕਿੰਗ ਕਰ ਲੈਂਦੇ ਹਾਂ ਤਾਂ ਸਭ ਤੋਂ ਵੱਡਾ ਫਾਇਦਾ ਕੀ ਆ? ਅਸੀਂ ਡਾਟਾ ਸਾਂਝਾ ਕਰ ਸਕਦੇ ਹਾਂ। ਇੱਕ ਕੰਪਿਊਟਰ ਦਾ ਡਾਟਾ ਦੂਜੇ ਕੰਪਿਊਟਰ ਦੇ ਵਿੱਚ ਈਜ਼ੀਲੀ ਟਰਾਂਸਫਰ ਕਰ ਸਕਦੇ ਹਾਂ, ਜਿਵੇਂ ਕੋਈ ਫਾਈਲ ਹੋ ਗਈ, ਸਪਰੈਡਸ਼ੀਟ, ਡਾਕੂਮੈਂਟ, ਪ੍ਰੈਜੈਂਟੇਸ਼ਨ, ਆਡੀਓ, ਵੀਡੀਓ, ਕੁਛ ਵੀ। ਠੀਕ ਹੈ, ਅੱਗੇ ਅਸੀਂ ਹਾਰਡਵੇਅਰ ਨੂੰ ਸਾਂਝਾ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਿਆ। ਠੀਕ ਹੈ, ਇਹ ਸਾਰੀ ਚੀਜ਼ਾਂ ਨੂੰ ਅਸੀਂ ਈਜ਼ੀਲੀ ਸ਼ੇਅਰ ਕਰ ਸਕਦੇ ਹਾਂ। ਸਾਨੂੰ ਐ ਨਹੀਂ ਹੈਗਾ ਵੀ ਹਰ ਇੱਕ ਕੰਪਿਊਟਰ ਲਈ ਹਰ ਇੱਕ ਪ੍ਰਿੰਟਰ ਚਾਹੀਦਾ, ਨਹੀਂ। ਅਗਰ ਸਾਡੀ ਨੈਟਵਰਕਿੰਗ ਹੈ ਤਾਂ ਅਸੀਂ ਸਰਵਰ ਦੇ ਕੋਲ ਹੋਈ ਅਸੀਂ ਪ੍ਰਿੰਟ ਆਊਟ ਕੱਢ ਸਕਦੇ ਹਾਂ, ਸਕੈਨ ਕਰ ਸਕਦੇ ਹਾਂ। ਅੱਗੇ ਇੰਟਰਨੈਟ ਵੀ ਸਾਂਝਾ ਕਰ ਸਕਦੇ ਹਾਂ। ਜੇ ਸਾਡੇ ਸਰਵਰ ਦੇ ਕੋਲ ਇੰਟਰਨੈਟ ਦੀ ਸੁਵਿਧਾ ਹੈਗੀ ਹੈ ਤਾਂ ਕਲਾਇੰਟ ਨੂੰ ਈਜ਼ੀਲੀ ਯੂਜ਼ ਕਰ ਸਕਦੇ ਹਾਂ, ਜਿਵੇਂ ਕਿ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਇੰਟਰਨੈਟ ਕੈਫੇ ਦੇ ਵਿੱਚ ਜਦੋਂ ਨੈਟਵਰਕਿੰਗ ਹੁੰਦੀ ਹੈ ਤਾਂ ਕਲਾਇੰਟ ਉਹਨੂੰ ਇੱਦਾਂ ਹੀ ਯੂਜ਼ ਕਰਦੇ ਨੇ। ਅੱਗੇ ਨੈਟਵਰਕ ਆਧਾਰਿਤ ਐਪਲੀਕੇਸ਼ਨਾਂ। ਠੀਕ ਹੈ, ਜਿਵੇਂ ਕਿ ਇੱਕ ਵਾਰ ਜਿਹੜੀ ਐਪਲੀਕੇਸ਼ਨ ਇੰਸਟਾਲ ਕਰ ਲਈ ਅਸੀਂ ਆਪਣੇ ਸਰਵਰ ਦੇ ਵਿੱਚ, ਉਹਨੂੰ ਕਲਾਇੰਟ ਯੂਜ਼ ਕਰ ਸਕਦੇ ਹਾਂ, ਜਿਵੇਂ ਵੈਬ ਬਰਾਊਜ਼ਰ, ਈਮੇਲ, ਚੈਟ ਐਪਲੀਕੇਸ਼ਨ ਜਾਂ ਆਡੀਓ ਵੀਡੀਓ ਕਾਲਿੰਗ। ਅੱਗੇ ਇੰਟਰਨੈਟ ਤੱਕ ਪਹੁੰਚ ਬਣਾਉਣਾ। ਹੁਣ ਅਸੀਂ ਇੰਟਰਨੈਟ ਤੱਕ ਪਹੁੰਚੀਏ ਕਿਵੇਂ? ਹਾਊ ਟੂ ਐਕਸੈਸ ਇੰਟਰਨੈਟ। ਜਦੋਂ ਅਸੀਂ ਇੰਟਰਨੈਟ ਨੂੰ ਐਕਸੈਸ ਕਰਨਾ ਹੈਗਾ ਤਾਂ ਸਾਡੇ ਕੋਲ ਕੁਛ ਨੋਰਮਸ ਹੁੰਦੇ ਨੇ, ਉਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਗਾ। ਸਭ ਤੋਂ ਪਹਿਲਾਂ ਤਾਂ ਸਾਨੂੰ ਇੰਟਰਨੈਟ ਕਨੈਕਸ਼ਨ ਦੀ ਲੋੜ ਹੈ। ਠੀਕ ਹੈ, ਉਸ ਦੇ ਲਈ ਅਸੀਂ ਕੀ ਕਰਦੇ ਹਾਂ? ਇੰਟਰਨੈਟ ਸਰਵਿਸ ਪ੍ਰੋਵਾਈਡਰ ਯੂਜ਼ ਕਰਦੇ ਹਾਂ। ਇੰਟਰਨੈਟ ਸਰਵਿਸ ਪ੍ਰੋਵਾਈਡਰ ISP, ਜਿਵੇਂ ਕਿ ਅਸੀਂ ਕਿਸ ISP ਦਾ ਨੈਟਵਰਕ ਲੈਣਾ ਹੈ, ਜਿਵੇਂ BSNL, ਏਅਰਟੈਲ ਹੋ ਗਏ। ਠੀਕ ਹੈ, ਇੱਦਾਂ ਦੇ ਕੁਛ ਵੀ, ਵੋਡਾਫੋਨ, ਜੋ ਵੀ ਹੁੰਦੇ ਨੇ। ਅੱਗੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਬਾਰੇ ਇਹਨਾਂ ਨੇ ਚੰਗੀ ਤਰ੍ਹਾਂ ਦੱਸਿਆ ਹੋਇਆ ਕਿ ਕੀ ਹੁੰਦਾ ਹੈ। ਠੀਕ ਹੈ, ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜਾ ਕਿ ਸਾਨੂੰ ਇੰਟਰਨੈਟ ਦੀ ਸਰਵਿਸ ਪ੍ਰੋਵਾਈਡ ਕਰਦਾ ਹੈ, ਜਿਵੇਂ ਜਿਹੜੀਆਂ ਕੰਪਨੀਆਂ ਨੇ, ਜਿਵੇਂ ਏਅਰਟੈਲ ਹੋ ਗਈ, ਠੀਕ ਹੈ, ਜੀਓ ਹੋ ਗਈ, ਇੱਦਾਂ ਦੀ ਕੰਪਨੀਆਂ। ਇਹ ਸਾਨੂੰ ਹੋਰ ਕੀ ਕੰਮ ਦਿੰਦੇ ਨੇ? ਇਹ ਆਮ ਤੌਰ 'ਤੇ ਛੋਟੇ ਅਤੇ ਮੱਧ ਦਰਜੇ ਵਾਲੇ ਵਪਾਰਕ ਯੂਜ਼ਰ, ਘਰੇਲੂ ਯੂਜ਼ਰ ਦੀ ਕਨੈਕਟੀਵਿਟੀ ਦੀ ਕਿਸਮਾਂ, ਜਿਵੇਂ ਕਿ DSL, ਕੇਬਲ ਮੋਡਮ, ਬ੍ਰੌਡਬੈਂਡ, ਵਾਇਰਲੈਸ, WiMAX ਜਾਂ 3G ਨੂੰ ਵਰਤਦੇ ਹਨ। ਠੀਕ ਹੈ, ਇਹਨਾਂ ਦੀ ਜਿਹੜੀ ਕਨੈਕਟੀਵਿਟੀ ਦੀ ਜਿਹੜੀ ਸਪੀਡ ਹੁੰਦੀ ਹੈ, ਜਿਵੇਂ DSL ਦੀ ਹਾਈ ਸਪੀਡ ਹੁੰਦੀ ਹੈ ਜਾਂ ISDN ਆਦਿ ਨੂੰ ਇਹ ਵਰਤਦੇ ਨੇ। ਠੀਕ ਹੈ, ਅੱਗੇ ਮੋਡਮ ਕੀ ਹੁੰਦਾ ਗਾ? ਮੋਡੂਲੇਟਰ ਤੇ ਡੀਮੋਡੂਲੇਟਰ ਹੁੰਦਾ ਗਾ। ਤੇ ਮੋਡਮ ਇੱਕ ਇਹੋ ਜਿਹੀ ਡਿਵਾਈਸ ਹੈ ਜਿਸ ਨੂੰ ਅਸੀਂ ਇਨਪੁਟ ਵੀ ਕਹਿੰਦੇ ਹਾਂ ਅਤੇ ਆਊਟਪੁੱਟ ਵੀ ਕਹਿੰਦੇ, ਕਿਉਂਕਿ ਇਹ ਐਨਾਲੋਗ ਸਿਗਨਲਸ ਨੂੰ ਡਿਜੀਟਲ 'ਚ ਕਨਵਰਟ ਕਰਦੇ ਨੇ ਅਤੇ ਡਿਜੀਟਲ ਨੂੰ ਐਨਾਲੋਗ ਦੇ ਵਿੱਚ ਕਨਵਰਟ ਕਰਦੇ ਨੇ। ਤਾਂ ਇਸ ਦਾ ਮੇਨ ਤਾਂ ਜੋ ਹੈਗਾ ਤੁਹਾਨੂੰ ਯਾਦ ਰੱਖਣ ਵਾਲਾ ਕਿ ਜਿਹੜੀ ਮੋਡਮ ਆ ਉਹ ਇਨਪੁਟ ਐਂਡ ਆਊਟਪੁੱਟ ਡਿਵਾਈਸ ਹੈ।
ठीक है। अगे आम इंटरनेट कनैक्टिविटी दी किस्मां दसियां गईयां ने, ठीक है, भी असीं किस तरह दा नैटवर्क यूज़ कर सकदे हां जां कनैक्टिविटी किद्दां दी हुंदी आ। जिवें पहिलां असीं यूज़ करदे सी डायल, तां इन्हां ने कनैक्टिविटी दी किस्म भी दसी आ भी इह वायर्ड हुंदी सी, मीनस वायरस राही असीं असीं कनैक्ट करदे सी। उस तो बाद नैक्सट है केबल इंटरनेट एक्सैस, ये भी वायर्ड सी, ठीक है। DSL भी वायर्ड है। अगे 3G आ गया वायरलैस, हुण तां 4G आ गया, 4th जनरेशन, ठीक है। उवें वायरलैस जिहड़े नैटवर्क हुंदे सी कनैक्टिविटियां सी ओह किहड़ियां सी वाईमैक्स ते वाईफाई, ठीक है। ਤਾਂ ਇਹ ਜਿਹੜੀਆਂ ਉਹਨਾਂ ਨੇ ਦੱਸੀਆਂ ਹੋਈਆਂ ਨੇ ਕਨੈਕਟੀਵਿਟੀਜ਼, ਅੱਗੇ ਉਹਨਾਂ ਨੂੰ ਇਹਨਾਂ ਨੇ ਐਕਸਪਲੇਨ ਕੀਤਾ ਹੋਇਆ ਗਾ ਵੀ ਡਾਇਲ-ਅਪ ਕੀ ਹੁੰਦਾ ਹੈ। ਪਹਿਲਾਂ ਅਗਰ ਗੱਲ ਕਰੀਏ ਆਪਾਂ ਡਾਇਲ-ਅਪ ਦੀ, ਤਾਂ ਡਾਇਲ-ਅਪ ਇੰਟਰਨੈਟ ਐਕਸੈਸ ਜਾਂ ਇੰਟਰਨੈਟ ਐਕਸੈਸ ਦਾ ਇੱਕ ਇਹੋ ਜਿਹਾ ਰੂਪ ਹੈ ਜੋ ਕਿ ਪਬਲਿਕ ਸਵਿੱਚ ਟੈਲੀਫੋਨ ਨੈਟਵਰਕ ਦੀ ਸਹੂਲਤਾਂ ਨੂੰ ਇੰਟਰਨੈਟ ਸਰਵਿਸ ਪ੍ਰੋਵਾਈਡਰ ਦਾ ਕਨੈਕਸ਼ਨ ਸਥਾਪਿਤ ਕਰਨ ਲਈ ਟੈਲੀਫੋਨ ਲਾਈਨ ਦੁਆਰਾ ਇੱਕ ਡਿਵਾਈਸ ਦੀ ਵਰਤੋਂ ਨਾਲ ਜਿਸ ਨੂੰ ਮੋਡਮ ਕਹਿੰਦੇ ਹਨ ਨੂੰ ਵਰਤਦਾ ਹੈ, ਠੀਕ ਹੈ। ਮੀਨਸ ਡਾਇਲ-ਅਪ ਅਸੀਂ ਕਿਵੇਂ ਲਗਾਵਾਂਗੇ, ਸਾਡੇ ਕੋਲ ਟੈਲੀਫੋਨ ਦਾ ਕਨੈਕਸ਼ਨ ਹੋਣਾ ਚਾਹੀਦਾ ਗਾ ਤੇ ਇੱਕ ਮੋਡਮ ਹੋਣਾ ਚਾਹੀਦਾ। ਉਸ ਤੋਂ ਬਾਅਦ ਸਾਨੂੰ ਇੱਕ ਖਾਸ ਨੰਬਰ ਡਾਇਲ ਕਰਦੇ ਹਨ ਜੋ ਮਿਲ ਜਾਂਦਾ ਹੈ, ਜਿਸ ਦੇ ਨਾਲ ਅਸੀਂ ਇੰਟਰਨੈਟ ਨੂੰ ਪ੍ਰਾਪਤ ਕਰ ਸਕਦੇ ਹਾਂ। ਅੱਗੇ DSL ਡਿਜੀਟਲ ਸਬਸਕ੍ਰਾਈਬਰ ਲਾਈਨ, ਇਹ ਵੀ ਲੋਕਲ ਟੈਲੀਫੋਨ ਨੈਟਵਰਕ ਦੀ ਤਾਰਾਂ ਦੇ ਉੱਤੇ ਆਧਾਰਿਤ ਹੈ, ਠੀਕ ਹੈ। ਇਹ ਵੀ ਉਸੇ ਤਰ੍ਹਾਂ ਹੀ ਇਹਦਾ ਕਨੈਕਸ਼ਨ ਸਾਨੂੰ ਮਿਲਦਾ ਹੈ ਵੀ ਸਾਡੇ ਕੋਲ ਟੈਲੀਫੋਨ ਕਨੈਕਸ਼ਨ ਹੋਣਾ ਚਾਹੀਦਾ। ਆਫਟਰ ਦੈਟ ਵੀ ਕਨੈਕਟ ਵਿਦ ਦਾ DSL। ਨੈਕਸਟ ਹੈ ਕੇਬਲ ਇੰਟਰਨੈਟ ਐਕਸੈਸ। ਕੇਬਲ ਇੰਟਰਨੈਟ ਐਕਸੈਸ ਇੱਕ ਬ੍ਰੌਡਬੈਂਡ ਇੰਟਰਨੈਟ ਐਕਸੈਸ ਦਾ ਰੂਪ ਹੈ। ਅੱਜ ਕੱਲ੍ਹ ਆਪਾਂ ਫਾਸਟ ਵੇ ਆਪਣੀ ਚੱਲਦੀ ਹੈ ਕੇਬਲ, ਤਾਂ ਅਸੀਂ ਕੇਬਲ ਵਾਲੇ ਨੂੰ ਕਾਲ ਕਰਕੇ ਕਹਿ ਸਕਦੇ ਹਾਂ ਵੀ ਅਸੀਂ ਨੈੱਟ ਲਗਵਾਉਣਾ ਹੈ। ਜਿਵੇਂ ਅਸੀਂ ਹੁਣੀ ਲਗਵਾਇਆ ਹੈਗਾ ਨੈੱਟ, ਤਾਂ ਸਾਡੇ ਨੈੱਟ ਪਲੱਸ ਦਾ ਨੈੱਟ ਲੱਗਿਆ ਹੈ, ਤਾਂ ਅਸੀਂ ਇਸ ਨੂੰ ਕਿਹੜਾ ਨੈਟਵਰਕ ਕਹਾਂਗੇ, ਕੇਬਲ ਇੰਟਰਨੈਟ ਐਕਸੈਸ ਕਹਾਂਗੇ, ਜਿਹੜਾ ਵੀ ਸਾਡੇ ਕੋਲ ਲੱਗਿਆ ਹੈ। ਉਸ ਤੋਂ ਬਾਅਦ 3G ਦੀ ਗੱਲ ਆ ਜਾਂਦੀ ਹੈ, 3rd ਜਨਰੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਇੱਕ ਸਟੈਂਡਰਡ ਦਾ ਇੱਕ ਸੈੱਟ ਹੈ ਜੋ ਕਿ ਮੋਬਾਈਲ ਡਿਵਾਈਸ ਲਈ ਅਤੇ ਮੋਬਾਈਲ ਤੋਂ ਸੰਚਾਰ ਅਤੇ ਨੈਟਵਰਕਾਂ ਲਈ ਹੀ ਵਰਤਿਆ ਜਾਂਦਾ ਹੈ। ਇਸਦੀ ਹਾਈ ਸਪੀਡ ਪੈਕੇਟ ਹੁੰਦਾ ਹੈ, ਠੀਕ ਹੈ। ਟੈਲੀਫੋਨੀ ਸੰਚਾਰ ਪ੍ਰੋਟੋਕੋਲ ਹੈ ਜੋ ਕਿ ਉੱਚ ਡਾਟਾ ਸੰਚਾਰ ਗਤੀ ਦੇ ਉੱਤੇ ਆਧਾਰਿਤ ਹੁੰਦਾ ਹੈ। ਇਟ ਮੀਨਸ ਤੁਹਾਨੂੰ ਅਗਰ ਤੁਸੀਂ 3G ਸਿਮ ਅਗਰ ਤੁਹਾਡੇ ਕੋਲ ਹੈਗਾ ਗਾ ਤਾਂ ਤੁਸੀਂ ਇੰਟਰਨੈਟ ਐਕਸੈਸ ਕਰ ਸਕਦੇ ਹੋ। ਵੈਸੇ ਹੁਣ ਤਾਂ 4G ਚੱਲ ਰਹੇ ਨੇ, ਠੀਕ ਹੈ। ਉਵੇਂ ਵਾਈਮੈਕਸ ਹੈ, ਇਹ ਇੱਕ ਸੰਚਾਰ ਦਾ ਵਾਇਰਲੈਸ ਸਟੈਂਡਰਡ ਹੈ ਜੋ ਕਿ ਕਿਸਮਾਂ ਤੇ ਡਿਵਾਈਸ ਦੇ ਰਾਹੀਂ ਸ਼ਹਿਰਾਂ ਅਤੇ ਦੇਸ਼ਾਂ ਦੇ ਵਿੱਚ ਬ੍ਰੌਡਬੈਂਡ ਕਨੈਕਟੀਵਿਟੀ ਨੂੰ ਮੁਹੱਈਆ ਕਰਵਾਉਂਦਾ ਹੈ। ਉੱਦਾਂ ਹੀ ਆਪਣੇ ਕੋਲ ਵਾਈਫਾਈ ਹੋ ਗਿਆ, ਵਾਇਰਲੈਸ ਫਿਡੇਲਿਟੀ, ਇਹ ਵੀ ਇੱਕ ਪ੍ਰਸਿੱਧ ਟੈਕਨੋਲੋਜੀ ਹੈ ਜਿਹਨੂੰ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ। ਵਾਈਫਾਈ ਕਨੈਕਸ਼ਨ, ਆਪਣੇ ਕੋਲ ਵਾਈਫਾਈ ਮੋਡਮ ਹੁੰਦੇ ਆ ਤਾਂ ਅਸੀਂ ਆਪਣੇ ਸਮਾਰਟਫੋਨ 'ਤੇ ਚਲਾ ਸਕਦੇ ਹਾਂ ਜਾਂ ਕੰਪਿਊਟਰ 'ਤੇ ਚਲਾ ਸਕਦੇ ਹਾਂ। ਇਹਨਾਂ ਦੀ ਸਪੀਡ ਵੀ ਆਮ ਤੌਰ 'ਤੇ ਅੱਛੀ ਹੁੰਦੀ ਹੈ, ਠੀਕ ਹੈ। ਇਹ ਹੈਗਾ ਵੀ ਇੰਟਰਨੈਟ ਦੇ ਉੱਤੇ ਡਾਟਾ ਕਿਵੇਂ ਸੰਚਾਰ ਹੁੰਦਾ ਹੈ, ਕਿਵੇਂ ਚੱਲਦਾ ਹੈ, ਠੀਕ ਹੈ। ਤਾਂ ਇਹ ਬੜਾ ਇੰਟਰਸਟਿੰਗ ਹੈ ਕਿ ਜੋ ਡਾਟਾ ਹੁੰਦਾ ਉਹ ਬਿਟਸ, ਤੁਹਾਨੂੰ ਸਭ ਨੂੰ ਪਤਾ ਹੈ ਜੋ ਕੰਪਿਊਟਰ ਬਾਈਨਰੀ ਲੈਂਗੁਏਜ ਨੂੰ ਅੰਡਰਸਟੈਂਡ ਕਰਦੀ ਹੈ, ਉਸ ਦੇ ਵਿੱਚ ਦੋ ਹੀ ਹੁੰਦੇ ਨੇ, ਬਿਟ 0 ਐਂਡ 1। ਤਾਂ ਜਿਹੜਾ ਡਾਟਾ ਹੁੰਦਾ ਉਹ ਬਿਟਸ ਦੇ ਵਿੱਚ ਇੱਕੋ ਸਾਈਜ਼ ਦੇ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ, ਜਿਸ ਨੂੰ ਅਸੀਂ ਪੈਕਟਸ ਕਹਿੰਦੇ ਹਾਂ, ਠੀਕ ਹੈ। ਤਾਂ ਜੋ ਇੰਟਰਨੈਟ ਦਾ ਜੋ ਡਾਟਾ ਟਰਾਂਸਫਰ ਹੁੰਦਾ ਉਹ ਕਿਵੇਂ ਹੁੰਦਾ ਹੈ, ਪੈਕਟਸ ਦੇ ਰੂਪ ਦੇ ਵਿੱਚ ਹੁੰਦਾ। ਤਾਂ ਪੈਕਟਸ ਦੇ ਵਿੱਚ ਕੀ ਹੁੰਦਾ ਗਾ, ਬਿਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਇਕੁਅਲੀ ਡਿਵਾਈਡ ਕੀਤਾ ਜਾਂਦਾ ਗਾ। ਹਰੇਕ ਪੈਕਟ ਦੇ ਨਾਲ ਸਾਡੇ ਕੀ ਹੁੰਦਾ, ਇੱਕ ਹੈਡਰ ਜੁੜਿਆ ਹੁੰਦਾ ਗਾ, ਠੀਕ ਹੈ। ਹੈਡਰ ਕੀ ਹੁੰਦਾ ਗਾ, ਜੋ ਕਿ ਦੱਸਦਾ ਹੈ ਕਿ ਡਾਟਾ ਕਿੱਥੋਂ ਆਇਆ ਹੈ ਅਤੇ ਇਸ ਦਾ ਅੰਤ ਕਿੱਥੇ ਹੋਣਾ ਚਾਹੀਦਾ ਹੈ। ਇਹ ਬਾਕੀ ਪੈਕਟਾਂ ਦੇ ਨਾਲ ਕਿਸ ਵਿੱਚ ਫਿੱਟ ਆਉਂਦਾ ਹੈ, ਠੀਕ ਹੈ। ਹਰੇਕ ਪੈਕਟ ਕੰਪਿਊਟਰ ਤੋਂ ਕੰਪਿਊਟਰ ਤੱਕ ਭੇਜਿਆ ਜਾਂਦਾ ਹੈ ਅਤੇ ਇਸ ਨੂੰ ਆਪਣੀ ਮੰਜ਼ਿਲ ਨਹੀਂ ਲੱਭਦੀ, ਠੀਕ ਹੈ। ਕਈ ਵਾਰ ਕੋਈ ਡਾਟਾ ਲੋਸ ਹੋ ਜਾਂਦਾ ਹੈ ਜਾਂ ਟ੍ਰੈਫਿਕ ਸਿਗਨਲ ਹੋ ਜਾਂਦਾ ਹੈ, ਹੈਵੀ ਟ੍ਰੈਫਿਕ ਹੋ ਜਾਂਦਾ ਹੈ, ਉਸ ਟਾਈਮ ਸਾਡਾ ਐਰਰ ਆ ਜਾਂਦੀ ਹੈ, ਤਾਂ ਕਈ ਵਾਰ ਉਸਨੂੰ ਡੈਸਟੀਨੇਸ਼ਨ ਨਹੀਂ ਮਿਲਦੀ। ਤਾਂ ਜੋ ਵੀ ਪੈਕਟ ਟਰਾਂਸਫਰ ਹੁੰਦਾ ਹੈ ਉਸ ਡੈਸਟੀਨੇਸ਼ਨ ਜ਼ਰੂਰ ਹੁੰਦੀ ਹੈ। ਮੈਂ ਇਸ ਵਿੱਚ ਤੁਹਾਨੂੰ ਸਿਰਫ ਮੇਨ ਲਾਈਨਾਂ ਪੜ੍ਹਾਉਂਗੀ ਕਿਉਂਕਿ ਕਾਫੀ ਜ਼ਿਆਦਾ ਲਿਖਿਆ ਹੋਇਆ ਗਾ, ਤਾਂ ਆਪਣਾ ਫਿਰ ਵੀਡੀਓ ਵੀ ਲੰਬੀ ਜਾਏਗੀ।
ਅੱਗੇ ਤੁਹਾਨੂੰ ਇੱਕ ਇਹਨਾਂ ਨੇ ਛੋਟਾ ਜਿਹਾ ਟੇਬਲ ਬਣਾਉਣ ਨੂੰ ਦੱਸਿਆ ਹੋਇਆ ਹੈਗਾ ਪ੍ਰੈਕਟਿਸ ਵਾਸਤੇ। ਮੰਨ ਲਓ ਉਰੇ ਤੁਸੀਂ 4G ਲਿਖ ਲਓ। 4G ਦੇ ਵਿੱਚ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਕਿ ਪਹਿਲਾਂ ਤੁਸੀਂ ਇਹ ਦੱਸਣਾ ਹੈ ਕਿ ਤੁਸੀਂ ਤੁਹਾਡੇ ਕੋਲ ਕਿਹੜਾ ਸਿਮ ਹੈ, ਇੰਟਰਨੈਟ ਸਰਵਿਸ ਪ੍ਰੋਵਾਈਡਰ ਕਿਹੜਾ ਹੈ ਤੁਹਾਡੇ ਕੋਲ। ਫਿਰ ਤੁਹਾਡੇ ਪਲਾਨ ਦਾ ਨਾਮ ਦੱਸਣਾ ਗਾ ਵੀ ਉਹ ਪਲਾਨ ਕੀ ਲਿੱਤਾ ਹੋਇਆ, ਫਿਰ ਉਹਦੀ ਡਾਊਨਲੋਡ ਸਪੀਡ ਕਿੰਨੀ ਹੈ, ਡਾਊਨਲੋਡ ਸੀਮਾ ਕਿੰਨੀ ਹੈ ਅਤੇ ਮੁਫਤ ਮੋਡਮ ਹੈ। ਅਤੇ ਇਹ ਛੋਟਾ ਜਿਹਾ ਐਕਟੀਵਿਟੀ ਰੂਪ 'ਤੇ ਆ, ਤੁਸੀਂ ਆਪਣੇ ਮੋਬਾਈਲ ਦੇ ਵਿੱਚ ਕਰ ਸਕਦੇ ਹੋ ਕਿ ISP ਦੱਸ ਦਿਓ, ਪਲਾਨ ਕਿਹੜਾ ਹੈਗਾ, ਸਪੀਡ ਕਿਹੜੀ ਆ ਅਤੇ ਉਹਦੀ ਸੀਮਾ ਕਿੰਨੀ ਕੁ। ਨੈਕਸਟ ਅਸੀਂ ਦੇਖਦੇ ਹਾਂ ਅਸੈਸਮੈਂਟ। ਬਹੁਤ ਹੀ ਈਜ਼ੀ ਹੈ ਅਸੈਸਮੈਂਟ ਇਹਦੀ ਜੋ ਕਰਨ ਵਾਲੀ ਹੈ। ਅਤੇ ਇਸ ਦੇ ਵਿੱਚ ਪਹਿਲਾਂ ਤਾਂ ਪਲਾਨ ਦਾ ਪੂਰਾ ਨਾਮ ਦੱਸ ਦੂੰਗੇ, ਲੋਕਲ ਏਰੀਆ ਨੈਟਵਰਕ, ਉਹ ਤੋਂ ਬਾਅਦ ਵਾਇਰਡ ਇੰਟਰਨੈਟ ਕਨੈਕਟੀਵਿਟੀ ਦੀਆਂ ਕਿਸਮਾਂ ਕਿਹੜੀਆਂ ਨੇ, ਠੀਕ ਹੈ। ਵਾਇਰਡ ਇੰਟਰਨੈਟ ਕਿਹੜਾ ਸੀ ਆਪਾਂ ਪੜ੍ਹਿਆ ਸੀ, ਡਾਇਲ ਅਪ, DSL ਅਤੇ ਕੇਬਲ ਇੰਟਰਨੈਟ ਐਕਸੈਸ। ਅਤੇ ਨੈਕਸਟ ਜੋ ਹੈਗਾ ਉਹਨਾਂ ਨੇ ਵਾਇਰਲੈਸ ਦੀ ਕਨੈਕਟੀਵਿਟੀ ਪੁੱਛੀ ਹੈ। ਇਸ ਦੇ ਵਿੱਚ 3 ਕਨੈਕਸ਼ਨ ਨੇ, ਵਾਈਫਾਈ, ਵਾਈਮੈਕਸ ਅਤੇ 3G। ਉਸ ਤੋਂ ਬਾਅਦ ਜਿਹੜੇ ਤੁਸੀਂ ਕੁਐਸਚਨ ਕਰਨੇ ਹੋ, ਨੈਟਵਰਕਿੰਗ ਦੀ ਪਰਿਭਾਸ਼ਾ ਕੀ ਹੈ, ਤਾਂ ਨੈਟਵਰਕਿੰਗ ਦੀ ਜੋ ਪਰਿਭਾਸ਼ਾ ਤੁਸੀਂ ਲਿਖਣੀ ਹੈ ਆਹ ਵਾਲੀ ਹੈ, ਠੀਕ ਹੈ। ਇਹ ਨੈਟਵਰਕਿੰਗ ਦੀ ਪਰਿਭਾਸ਼ਾ ਤੁਸੀਂ ਲਿਖਣੀ ਹੈ। ਨੈਟਵਰਕਿੰਗ ਦੇ ਕੀ ਲਾਭ ਨੇ, ਠੀਕ ਹੈ। ਤਾਂ ਨੈਟਵਰਕਿੰਗ ਦੇ ਲਾਭ ਆਹ ਵਾਲੇ ਹੋ ਗਏ, ਡਾਟਾ ਸਾਂਝਾ ਕਰਨਾ, ਹਾਰਡਵੇਅਰ ਸਾਂਝਾ ਕਰਨਾ, ਠੀਕ ਹੈ। ਜਿਹੜੇ ਵੀ 4 ਲਾਭ ਨੇ ਉਹ ਲਿਖਣੇ ਨੇ। ਤੁਸੀਂ ਲਿਖਣਾ ਗਾ ਨੈਟਵਰਕਿੰਗ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ, ਠੀਕ ਹੈ। ਲੈਨ, ਵੈਨ, ਮੈਨ, ਅਤੇ ਉਸ ਤੋਂ ਬਾਅਦ ਲੈਨ ਅਤੇ ਵੈਨ ਨੂੰ ਵਿਆਖਿਆ ਕਰਨੀ ਹੈ, ਠੀਕ ਹੈ। ਤਾਂ ਇਹ ਸਾਡਾ ਲੈਸਨ ਸੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਥੋੜ੍ਹਾ ਜਿਹਾ ਲੰਬਾ ਚਲਾ ਗਿਆ ਬਟ ਇੰਟਰਸਟਿੰਗ ਹੈ। ਧਿਆਨ ਨਾਲ ਸੁਣੋਗੇ ਤਾਂ ਪੱਕਾ ਸਮਝ ਆਵੇਗਾ। ਓਕੇ ਸਟੂਡੈਂਟਸ, ਬਾਏ, ਟੇਕ ਕੇਅਰ।